ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਖਬਰਾਂ ਦੀ। ਨਜ਼ਰ ਮਾਰਦੇ ਹਾਂ ਕਿ ਅਮਰੀਕਾ ਵਿੱਚ ਅੱਜ ਕਿਹੜੀਆਂ ਖਾਸ ਖਬਰਾਂ ਸਾਹਮਣੇ ਆਈਆਂ ਨੇ। ਇੱਕ ਔਰਤ ਵੱਲੋਂ ਝੂਠੀ ਮਦਦ ਮੰਗੀ ਗਈ ਤੇ ਬਾਅਦ ਵਿੱਚ ਉਸਨੇ ਗੋਲੀਆਂ ਚਲਾ ਦਿੱਤੀਆਂ। ਦਰਅਸਲ ਇੱਕ ਕਾਲਜ ਦੇ ਨਾਲ ਸੰਬੰਧਿਤ ਵਿਦਿਆਰਥੀ ਜੋ ਕਿ ਪ੍ਰੇਮੀ ਤੇ ਪ੍ਰੇਮਿਕਾ ਸਨ, ਉਹ ਵਾਹਨ ਵਿੱਚ ਬਹਿ ਕੇ ਜਿਸ ਵੇਲੇ ਜਾ ਰਹੇ ਸਨ ਤਾਂ ਇੱਕ ਔਰਤ ਵੱਲੋਂ ਉਹਨਾਂ ਨੂੰ ਰੋਕ ਕੇ ਕਿਹਾ ਗਿਆ ਕਿ ਉਸਦੀ ਗੱਡੀ ਸਟਾਰਟ ਨਹੀਂ ਹੋ ਰਹੀ ਤੇ ਮਦਦ ਕੀਤੀ ਜਾਵੇ। ਜਿਸ ਵੇਲੇ ਦੋਨੋਂ ਜਾਣੇ ਮਦਦ ਕਰਨ ਲੱਗੇ ਤਾਂ ਫਿਰ ਇਸ ਔਰਤ ਵੱਲੋਂ ਜਿਸ ਵੱਲੋਂ ਝੂਠੀ ਮਦਦ ਮੰਗੀ ਗਈ ਸੀ ਉਸਨੇ ਆਪਣੀ ਰਿਵਾਲਵਰ ਕੱਢ ਲਈ ਅਤੇ ਦੋਹਾਂ ਨੂੰ ਹੀ ਜੰਗਲ ਵਿੱਚ ਜਾਣ ਵਾਸਤੇ ਕਿਹਾ। ਬਾਅਦ ਵਿੱਚ ਇੱਕ ਦੂਸਰੇ ਉੱਪਰ ਗੋਲੀਆਂ ਚੱਲੀਆਂ ਤੇ ਇੱਕ ਦੀ ਮੌਤ ਹੋ ਗਈ। ਅਮਰੀਕਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪ੍ਰੇਮੀ ਤੇ ਪ੍ਰੇਮਿਕਾ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ। ਗੋਲੀ ਲੱਗਣ ਕਾਰਨ ਪ੍ਰੇਮੀ ਦੀ ਮੌਤ ਹੋ ਗਈ ਤੇ ਪ੍ਰੇਮਿਕਾ ਵੱਲੋਂ ਉਸ ਨੂੰ ਹੀਰੋ ਦੱਸਿਆ ਗਿਆ। ਦਰਅਸਲ ਇਹ ਦੋਨੋਂ ਜਾਣੇ ਫਲੋਰੀਡਾ ਦੇ ਕਾਲਜ ਦੇ ਵਿਦਿਆਰਥੀ ਸਨ। ਇਹਨਾਂ ਦੋਹਾਂ ਉੱਪਰ ਅਲਬਾਮਾ ਵਿੱਚ ਇੱਕ ਔਰਤ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਹੜੀ ਕਿ ਝੂਠੀ ਮਦਦ ਦੀ ਮੰਗ ਕਰ ਰਹੀ ਸੀ। ਲੜਕੇ ਦਾ ਨਾਮ ਐਡਮ ਅਤੇ ਉਸ ਦੀ ਪ੍ਰੇਮਿਕਾ ਦਾ ਨਾਮ ਪੌਲਸ ਦੇ ਤੌਰ ਤੇ ਉੱਪਰ ਦੱਸਿਆ ਗਿਆ। ਇਹ ਦੋਨੋਂ ਜਾਣੇ ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਵਿੱਚ ਵਿਦਿਆਰਥੀ ਸਨ। ਜਿਸ ਵੇਲੇ ਇਹ ਦੋਨੋਂ ਜਾਣੇ ਆਪਣੀ ਗੱਡੀ ਵਿੱਚ ਜਾ ਰਹੇ ਸਨ ਤਾਂ ਇੱਕ ਔਰਤ ਰਸਤੇ ਵਿੱਚ ਖੜੀ ਝੂਠੀ ਮਦਦ ਦੀ ਗੁਹਾਰ ਲਗਾ ਰਹੀ ਸੀ। ਇਸ ਦੀ ਪਹਿਚਾਣ ਜੈਸਮੀਨ ਹਿਡਰ ਦੇ ਤੌਰ ਤੇ ਉੱਪਰ ਦੱਸੀ ਗਈ ਹੈ, ਜਿਸ ਨੇ ਇਸ ਜੋੜੇ ਨੂੰ ਕਿਹਾ ਕਿ ਉਸ ਦੀ ਗੱਡੀ ਸਟਾਰਟ ਨਹੀਂ ਹੋ ਰਹੀ, ਉਸ ਨੂੰ ਚਲਾਉਣ ਵਿੱਚ ਮਦਦ ਕੀਤੀ ਜਾਵੇ। ਫਿਰ ਇਸ ਜੋੜੇ ਵੱਲੋਂ ਹਿਡਰ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਵੇਲੇ ਉਹ ਅਜਿਹਾ ਕਰ ਰਹੇ ਸਨ ਤਾਂ ਸਸਪੈਕਟ ਵੱਲੋਂ ਉਹਨਾਂ ਦੇ ਉੱਪਰ ਗਨ ਤਾਣ ਲਈ ਗਈ ਤੇ ਉਹਨਾਂ ਨੂੰ ਜੰਗਲ ਵਿੱਚ ਜਾਣ ਵਾਸਤੇ ਕਿਹਾ ਤਾਂ ਕਿ ਇਹਨਾਂ ਤੋਂ ਲੁੱਟ ਖੋਹ ਕੀਤੀ ਜਾ ਸਕੇ। ਜੈਸਮੀਨ ਹਿਡਰ ਇਹਨਾਂ ਦੋਨਾਂ ਜਾਣਿਆਂ ਨੂੰ ਬੰਦੂਕ ਦੀ ਨੋਕ ਤੇ ਜੰਗਲ ਵਿੱਚ ਲੈ ਕੇ ਜਾਣ ਲਈ ਕਾਮਯਾਬ ਰਹੀ। ਇਸ ਦੌਰਾਨ ਸਿਮਜੀ ਵੱਲੋਂ ਵੀ ਉਸ ਦੇ ਉੱਪਰ ਹੈਂਡਗਨ ਤਾਣੀ ਗਈ ਤੇ ਇੱਕ ਦੂਜੇ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਸਸਪੈਕਟ ਦੇ ਕਈ ਵਾਰ ਗੋਲੀਆਂ ਲੱਗੀਆਂ। ਇਸ ਤੋਂ ਇਲਾਵਾ ਸਿਮਜੀ ਉੱਪਰ ਵੀ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਦੀ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਤ ਹੋ ਗਈ। ਇਸ ਦੀ ਪ੍ਰੇਮਿਕਾ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਤੱਕ ਫਰਸਟ ਰਿਸਪੌਂਡਰ ਨਹੀਂ ਆਏ ਉਸ ਵੱਲੋਂ ਆਪਣੇ ਪ੍ਰੇਮੀ ਨੂੰ CPR ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਇਸ ਦੀ ਪ੍ਰੇਮਿਕਾ ਕਹਿੰਦੀ ਹੈ ਕਿ ਉਹ ਬਿਲਕੁਲ ਹੀਰੋ ਸੀ ਕਿਉਂਕਿ ਉਸ ਨੇ ਉਸ ਦੀ ਜਾਨ ਬਚਾਈ ਹੈ। ਮਾਮਲੇ ਵਿੱਚ ਹਿਡਰ ਤੇ ਵੀ ਕਈ ਗੋਲੀਆਂ ਚੱਲੀਆਂ ਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅਥਾਰਟੀਜ਼ ਵੱਲੋਂ ਹੁਣ ਹਿਡਰ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ। ਅਮਰੀਕਾ ਦੇ ਇੱਕ ਹਿੱਸੇ ਵਿੱਚ ਇਸ ਸਮੇਂ ਜੋ ਹੜ੍ਹ ਆਇਆ ਹੈ ਉਸ ਵਿੱਚੋਂ 25 ਜਾਣਿਆਂ ਨੂੰ ਫਾਇਰ ਫਾਈਟਰਸ ਵੱਲੋਂ ਰੈਸਕਿਊ ਕੀਤਾ ਗਿਆ। ਉਹਨਾਂ ਵੱਲੋਂ ਇੱਕ ਖਾਸ ਟੈਕਨੀਕ ਦੀ ਗੱਲ ਕੀਤੀ ਗਈ ਹੈ ਜਿਸ ਰਾਹੀਂ 25 ਜਾਣਿਆਂ ਦੀ ਜਾਨ ਬਚਾਈ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ 25 ਵਿੱਚ ਬੱਚੇ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਐਰੀਜ਼ੋਨਾ ਫਾਇਰ ਫਾਈਟਰਸ ਵੱਲੋਂ 25 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਦਰਅਸਲ ਬੀਅਰ ਕੈਨਨ ਵਿੱਚ ਇਸ ਸਮੇਂ ਜੋ ਹੜ੍ਹ ਦੇ ਹਾਲਾਤ ਬਣੇ ਹੋਏ ਨੇ, ਇਸ ਦੌਰਾਨ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਗਿਆ ਹੈ ਕਿ ਕਿਵੇਂ ਕੁਝ ਲੋਕਾਂ ਦੀ ਜਾਨ ਫਾਇਰ ਫਾਈਟਰਸ ਵੱਲੋਂ ਬਚਾਈ ਗਈ ਹੈ। ਅਥਾਰਟੀਜ਼ ਵੱਲੋਂ ਦੱਸਿਆ ਗਿਆ ਕਿ ਕੋਲੋਰਾਡੋ ਨੈਸ਼ਨਲ ਫੋਰੈਸਟ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਫਾਇਰ ਫਾਈਟਰਸ ਵੱਲੋਂ ਰੈਸਕਿਊ ਆਪਰੇਸ਼ਨ ਚਲਾਉਂਦਿਆਂ ਕਈ ਜਾਣਿਆਂ ਦੀ ਜਾਨ ਬਚਾਈ ਗਈ। ਉਹਨਾਂ ਵੱਲੋਂ 2 ਦਰਜਨ ਦੇ ਕਰੀਬ ਲੋਕਾਂ ਨੂੰ ਰੈਸਕਿਊ ਕੀਤਾ ਗਿਆ, ਜਿਸ ਵਿੱਚ 3 ਬੱਚੇ ਵੀ ਸ਼ਾਮਲ ਦੱਸੇ ਗਏ ਹਨ। ਇਹ ਰੈਸਕਿਊ ਬੀਅਰ ਕੈਨਨ ਵਿੱਚ ਕਰਵਾਇਆ ਗਿਆ, ਜਿਸ ਬਾਰੇ ਫਾਇਰ ਡਿਪਾਰਟਮੈਂਟ ਨੇ ਜਾਣਕਾਰੀ ਸਾਂਝੀ ਕੀਤੀ। ਡਿਪਾਰਟਮੈਂਟ ਦੇ ਟੈਕਨੀਕਲ ਰੈਸਕਿਊ ਟੀਮ ਨੂੰ US ਫੋਰੈਸਟ ਸਰਵਿਸ ਅਤੇ ਪੀਮਾ ਕਾਉਂਟੀ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਨਤੀਜਾ ਇਹ ਨਿਕਲਿਆ ਕਿ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅਧਿਕਾਰੀਆਂ ਵੱਲੋਂ ਇਸ ਦੌਰਾਨ ਲੈਡਰ ਰੈਸਕਿਊ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਇਸ ਤਰੀਕੇ ਨਾਲ ਕਈਆਂ ਲੋਕਾਂ ਦੀ ਜਾਨ ਬਚਾਈ ਗਈ ਹੈ ਤੇ ਅੱਗੇ ਵੀ ਬਚਾਈ ਜਾ ਸਕੇਗੀ। ਬਹੁਤ ਸਾਰੇ ਲੋਕ ਜਿਹੜੇ ਇੱਥੇ ਹੜ੍ਹ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਇਸੇ ਤਰੀਕੇ ਨਾਲ ਬਾਹਰ ਕੱਢਿਆ ਜਾਏਗਾ। ਇਸ ਬਾਰੇ ਅਧਿਕਾਰੀ ਜਾਣਕਾਰੀ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ। ਦੱਸ ਦਈਏ ਕਿ ਇੱਥੇ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਬਾਰੇ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਹੜ੍ਹ ਦੇ ਕੀ ਹਾਲਾਤ ਨੇ ਤੇ ਕਿੰਨੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿੰਨੇ ਫਾਇਰ ਫਾਈਟਰਸ ਤੇ ਕੌਣ-ਕੌਣ ਇਸ ਕੰਮ ਵਿੱਚ ਜੁਟਿਆ ਹੋਇਆ ਹੈ, ਇਸ ਨੂੰ ਲੈ ਕੇ ਵੀ ਲਗਾਤਾਰ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਵਿੱਚ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਹੋਏ ਨੇ। ਅਜਿਹਾ ਇੱਕ ਦੇਸ਼ ਵਿੱਚ ਨਹੀਂ ਬਲਕਿ ਕਈ ਦੇਸ਼ਾਂ ਵਿੱਚ ਨਜ਼ਰ ਆ ਰਿਹਾ ਹੈ। ਪਿਛਲੇ ਹਫ਼ਤੇ ਵਿੱਚ 15,000 ਤੋਂ ਵੱਧ ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਗਈਆਂ। ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਫਿਕਰ ਦਾ ਪ੍ਰਗਟਾਵਾ ਕੀਤਾ ਗਿਆ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਅਸੀਂ ਇਸ ਤਰ੍ਹਾਂ ਨਹੀਂ ਰਹਿ ਸਕਦੇ ਕਿ ਹਫ਼ਤੇ ਵਿੱਚ ਕਰੋਨਾ ਵਾਇਰਸ ਕਾਰਨ 15,000 ਮੌਤਾਂ ਹੋਣ। ਉਨ੍ਹਾਂ ਵੱਲੋਂ ਕਰੋਨਾ ਵਾਇਰਸ ਦੇ ਹੋ ਰਹੇ ਪਸਾਰ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਆਪਣੀ ਫਿਕਰ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ ਵਿਸ਼ਵ ਵਿੱਚ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਵੱਧ ਦਰਜ ਕੀਤੇ ਜਾ ਰਹੇ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪਿਛਲੇ ਕੁਝ ਹਫ਼ਤਿਆਂ ਵਿੱਚ ਦੇਖਣ ਨੂੰ ਆਇਆ ਹੈ ਕਿ 35% ਕਰੋਨਾ ਵਾਇਰਸ ਦੇ ਮਾਮਲੇ ਵੱਧ ਦਰਜ ਕੀਤੇ ਜਾ ਰਹੇ ਹਨ। ਪਿਛਲੇ ਹਫ਼ਤੇ ਵਿੱਚ ਹੀ 15,000 ਲੋਕਾਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ WHO ਦੇ ਡਾਇਰੈਕਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। Over the past 4 weeks, reported deaths globally have increased by 35%. Just in the past week, 15,000 people around the world lost their lives to COVID-19. 15,000 deaths a week is completely unacceptable. When we have all the tools to prevent infections and save lives. We're all tired of this virus and tired of the pandemic. But the virus is not tired of us. Omicron remains the dominant variant, with the BA.5 subvariant representing more than 90% of sequences shared in the last months. However, the number of sequences shared per week has fallen by 90% since the beginning of this year, and the number of countries sharing sequences has dropped by 75%, making it so much harder to understand how the virus might be changing. With colder weather approaching in the northern hemisphere and people spending more time indoors, the risks for more intense transmission and hospitalization will only increase in the coming months, not only for COVID-19, but for other diseases including influenza. But none of us is helpless. Please get vaccinated if you're not, and if you need a booster, get one. ਸਮੁੰਦਰ ਵਿੱਚ ਨਸ਼ਾ ਤੈਰਦਾ ਹੋਇਆ ਮਿਲਿਆ। ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਦੱਸਿਆ ਕਿ 70 ਪਾਉਂਡ ਤੋਂ ਵੱਧ ਨਸ਼ਾ ਉਹਨਾਂ ਵੱਲੋਂ ਬਰਾਮਦ ਕੀਤਾ ਗਿਆ। ਇਹ ਬਾਰਡਰ ਪੈਟਰੋਲ ਏਜੰਟ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਉੱਪਰ 100% ਦੀ ਲਿਖਿਆ ਹੋਇਆ ਸੀ। ਹਰੇ ਰੰਗ ਦੇ ਜਿਹੜੇ ਪੈਕੇਟ ਸਨ ਉਹਨਾਂ ਦੇ ਉੱਪਰ XXX ਲਿਖਿਆ ਗਿਆ ਸੀ। ਹੁਣ ਇਸ ਨਸ਼ੇ ਦੇ ਬਾਰੇ ਜਾਣਕਾਰੀ ਜਿਹੜੀ ਹੈ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਸਮੁੰਦਰ ਵਿੱਚ ਨਸ਼ਾ ਤੈਰਿਆ ਸੀ ਤੇ ਇਹ ਨਸ਼ਾ ਅਧਿਕਾਰੀਆਂ ਦੇ ਹੱਥ ਲੱਗਾ। ਫਲੋਰੀਡਾ ਸ਼ੈਰਿਫ ਡਿਪਟੀਜ਼ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ 70 ਪਾਉਂਡ ਸਸਪੈਕਟਡ ਕੋਕੇਨ ਬਰਾਮਦ ਕੀਤੀ ਗਈ। ਇਹ ਨਸ਼ਾ ਪਾਣੀ ਵਿੱਚ ਤੈਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਵੱਲੋਂ ਨਸ਼ਾ ਮਿਲਣ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕੋਸਟ ਗਾਰਡ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਨਸ਼ੇ ਦੇ ਬਾਰੇ ਜਾਣਕਾਰੀ 2:30 ਦੇ ਕਰੀਬ ਮਿਲੀ, ਜਿਸ ਤੋਂ ਬਾਅਦ ਉਹਨਾਂ ਨੇ ਕਾਉਂਟੀ ਸ਼ੈਰਿਫ ਦੇ ਆਫਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਦੋਂ ਡਿਪਟੀਜ਼ ਇੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਪਾਣੀ ਵਿੱਚ ਹਰੇ ਰੰਗ ਦੇ ਕੁਝ ਪੈਕੇਟ ਤੈਰ ਰਹੇ ਸਨ। ਇਹ 2 ਦਰਜਨ ਦੇ ਕਰੀਬ ਛੋਟੇ ਪੈਕੇਟ ਦੱਸੇ ਗਏ, ਜਿਨ੍ਹਾਂ ਉੱਪਰ 100% ਲਿਖਿਆ ਗਿਆ ਸੀ। ਜਿਸ ਵੇਲੇ ਆਫੀਸਰਸ ਨੂੰ ਇੱਥੇ ਇਹ ਪੈਕੇਟ ਮਿਲੇ ਤਾਂ ਇਹਨਾਂ ਨੂੰ US ਬਾਰਡਰ ਪੈਟਰੋਲ ਦੇ ਹਵਾਲੇ ਕਰ ਦਿੱਤਾ ਗਿਆ। ਬਾਅਦ ਵਿੱਚ ਜਾਂਚ ਕਰਨ ਤੇ ਪਤਾ ਚੱਲਿਆ ਕਿ ਇਸ ਵਿੱਚ ਨਸ਼ਾ ਸੀ। ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਉਹਨਾਂ ਵੱਲੋਂ 55 ਪਾਉਂਡ ਸਸਪੈਕਟਡ ਕੋਕੇਨ ਬਰਾਮਦ ਕੀਤੀ ਗਈ ਹੈ। ਸ਼ੈਰਿਫ ਡਿਪਟੀਜ਼ ਵੱਲੋਂ ਦੱਸਿਆ ਗਿਆ ਕਿ ਇਹਨਾਂ 25 ਪੈਕੇਟਸ ਦੇ ਉੱਪਰ XXX ਲਿਖਿਆ ਗਿਆ ਸੀ। ਫਿਲਹਾਲ ਇਸ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਅਧਿਕਾਰੀਆਂ ਵੱਲੋਂ ਇਹਨਾਂ तमाम ਗੱਲਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਪਤਨੀ ਪਿਛਲੇ ਦਿਨੀ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਨੇ। ਉਹਨਾਂ ਵੱਲੋਂ ਖੁਦ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ। ਉਹਨਾਂ ਦੀ ਸਿਹਤ ਦੇ ਬਾਰੇ ਰਾਸ਼ਟਰਪਤੀ ਵੱਲੋਂ ਵੀ ਟਵੀਟ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਉਹ ਹਲਕਾ ਬਿਹਤਰ ਮਹਿਸੂਸ ਕਰ ਰਹੇ ਨੇ। ਜਿਲ ਬਾਈਡਨ ਵੱਲੋਂ ਕੋਵਿਡ-19 ਵੈਕਸੀਨ ਦੇ 4 ਟੀਕੇ ਲਗਵਾਏ ਗਏ ਤੇ ਪਿਛਲੇ ਦਿਨੀ ਹੀ ਉਹ ਕਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਪਤਨੀ ਕਰੋਨਾ ਵਾਇਰਸ ਦੀ ਲਪੇਟ ਵਿੱਚ ਆਈ, ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹ ਪਹਿਲਾਂ ਦੇ ਮੁਕਾਬਲੇ ਹਲਕਾ ਜਿਹਾ ਬਿਹਤਰ ਮਹਿਸੂਸ ਕਰ ਰਹੇ ਨੇ। ਜੀ ਹਾਂ, US ਫਰਸਟ ਲੇਡੀ ਡਾਕਟਰ ਜਿਲ ਬਾਈਡਨ ਦਾ ਕਰੋਨਾ ਟੈਸਟ ਪੋਜ਼ਿਟਿਵ ਆਇਆ, ਜਿਸ ਤੋਂ ਬਾਅਦ ਉਹਨਾਂ ਵੱਲੋਂ ਇਕਾਂਤਵਾਸ ਕੀਤਾ ਜਾ ਰਿਹਾ ਹੈ। ਉਹਨਾਂ ਦੀ ਸਿਹਤ ਦੇ ਬਾਰੇ ਲਗਾਤਾਰ ਅਪਡੇਟ ਦਿੱਤੀ ਜਾ ਰਹੀ ਹੈ। ਰਾਸ਼ਟਰਪਤੀ ਬਾਈਡਨ ਵੱਲੋਂ ਵੀ ਇਸ ਬਾਰੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ। ਉਹਨਾਂ ਨੂੰ ਕਰੋਨਾ ਵਾਇਰਸ ਦੇ ਲੱਛਣ ਵੀ ਹਨ ਕਿ ਉਹਨਾਂ ਦੀ ਹਾਲਤ ਪਹਿਲਾਂ ਦੇ ਮੁਕਾਬਲੇ ਹਲਕੀ ਬਿਹਤਰ ਹੈ।
ਹੁਣ ਕਿਉਂਕਿ ਜਿਲ ਬਾਈਡਨ ਕਰੋਨਾ ਵਾਇਰਸ ਪੋਜ਼ਿਟਿਵ ਪਾਏ ਗਏ ਨੇ, ਇਸ ਤੋਂ ਬਾਅਦ ਉਹ ਪ੍ਰਾਈਵੇਟ ਰੈਜ਼ੀਡੈਂਸ ਜੋ ਕਿ ਆਈਲੈਂਡ ਦੇ ਉੱਪਰ ਹੈ ਉੱਥੇ ਰਹਿ ਰਹੇ ਹਨ। ਇਹ ਉਹੀ ਜਗ੍ਹਾ ਹੈ ਜਿੱਥੇ ਪਹਿਲਾਂ ਰਾਸ਼ਟਰਪਤੀ ਜੋ ਬਾਈਡਨ ਅਤੇ ਕੁਝ ਪਰਿਵਾਰਕ ਮੈਂਬਰ ਗਏ ਸਨ। ਪਰ ਰਾਸ਼ਟਰਪਤੀ ਜੋ ਬਾਈਡਨ ਤਾਂ ਇੱਥੋਂ ਵਾਪਸ ਆ ਗਏ ਤੇ ਹੁਣ ਜਿਲ ਬਾਈਡਨ ਵੱਲੋਂ ਇੱਥੇ ਆਈਸੋਲੇਸ਼ਨ ਪੂਰੀ ਕੀਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਜਿਲ ਬਾਈਡਨ ਦੀ ਉਮਰ 71 ਸਾਲ ਤੇ ਉਹਨਾਂ ਵੱਲੋਂ ਕੋਵਿਡ-19 ਵੈਕਸੀਨ ਦੇ 4 ਟੀਕੇ ਹਾਸਲ ਕੀਤੇ ਗਏ ਨੇ। ਉਹਨਾਂ ਵੱਲੋਂ ਦੂਸਰਾ ਬੂਸਟਰ ਡੋਜ਼ ਅਪ੍ਰੈਲ ਮਹੀਨੇ ਹੀ ਲਗਵਾਇਆ ਗਿਆ ਸੀ ਤੇ ਹੁਣ ਉਹਨਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋ ਬਾਈਡਨ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਨੇ। ਪਹਿਲਾਂ ਰਾਸ਼ਟਰਪਤੀ ਕੋਰੋਨਾ ਪੋਜ਼ਿਟਿਵ ਪਾਏ ਗਏ, ਬਾਅਦ ਵਿੱਚ ਉਹਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਤੇ ਕੁਝ ਦਿਨਾਂ ਬਾਅਦ ਇੱਕ ਵਾਰ ਫਿਰ ਤੋਂ ਉਹ ਕੋਰੋਨਾ ਪੋਜ਼ਿਟਿਵ ਪਾਏ ਗਏ ਸਨ। ਉਦੋਂ ਤੋਂ ਹੀ ਜਿਸ ਵੇਲੇ ਉਹ ਕੋਰੋਨਾ ਦੀ ਲਪੇਟ ਵਿੱਚ ਆਏ, ਰਾਸ਼ਟਰਪਤੀ ਖੁਦ ਨੂੰ ਆਈਸੋਲੇਸ਼ਨ ਵਿੱਚ ਰੱਖ ਰਹੇ ਸਨ ਤੇ ਹੁਣ ਜਦੋਂ ਉਹਨਾਂ ਦਾ ਦੁਬਾਰਾ ਟੈਸਟ ਕਰਵਾਇਆ ਗਿਆ ਤੇ ਉਸ ਦੀ ਰਿਪੋਰਟ ਵੀ ਪੋਜ਼ਿਟਿਵ ਨਹੀਂ ਆਈ, ਭਾਵ ਕਿ ਉਹ ਵੀ ਕੋਰੋਨਾ ਨੈਗੇਟਿਵ ਨਿਕਲੇ। ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।